हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਪੜ੍ਹਨ ਕੌਸ਼ਲ ਜਾਂ ਵਾਚਨ ਕੌਸ਼ਲ ਕਹਿ ਲਓ, ਇਸ ਨੂੰ ਪੂਰਾ ਵਿਸਥਾਰ ਦੇ ਵਿੱਚ ਸਮਝਾਂਗੇ। ਦੇਖੋ ਜੀ, ਹੁਣ ਤੱਕ ਅਸੀਂ ਜੋ ਭਾਸ਼ਾ ਕੌਸ਼ਲ ਵਾਲਾ ਟੌਪਿਕ ਸਟਾਰਟ ਕੀਤਾ ਹੋਇਆ ਹੈ, ਜਿਸ ਦੇ ਵਿੱਚ ਅਸੀਂ ਨੇ ਪਹਿਲੀ ਭਾਸ਼ਾ ਕੌਸ਼ਲ ਪੜ੍ਹੀ ਸੀ ਸੁਣਨ ਅਤੇ ਸਮਝਣ ਕੌਸ਼ਲ। ਇਸ ਤੋਂ ਬਾਅਦ ਅਸੀਂ ਨੇ ਦੂਸਰੀ ਭਾਸ਼ਾ ਕੌਸ਼ਲ ਪੜ੍ਹੀ ਸੀ ਬੋਲਣ ਕੌਸ਼ਲ, ਅਤੇ ਅੱਜ ਨੰਬਰ 3 ਆਪਾਂ ਪੜ੍ਹਨ ਕੌਸ਼ਲ ਅਤੇ ਵਾਚਨ ਕੌਸ਼ਲ ਨੂੰ ਪੂਰਾ ਡਿਟੇਲ ਦੇ ਵਿੱਚ ਕਰਾਂਗੇ। ਤਾਂ ਦੇਖੋ ਜੀ, 4 ਭਾਸ਼ਾ ਕੌਸ਼ਲ ਨੇ, ਚੌਥੀ ਹੈ ਲਿਖਣ ਕੌਸ਼ਲ। ਇਹਨਾਂ ਦੇ ਵਿੱਚੋਂ 2 ਭਾਸ਼ਾ ਕੌਸ਼ਲ ਨੇ ਜਿਹੜੇ ਇਹ ਗ੍ਰਹਿਣ ਕਰਨ ਨਾਲ ਸੰਬੰਧਿਤ ਨੇ, ਅਤੇ ਇਸ ਤੋਂ ਬਿਨਾਂ ਜਿਹੜੇ 2 ਨੇ ਉਹ ਪ੍ਰਗਟਾ ਕਰਨ ਦੇ ਨਾਲ ਸੰਬੰਧਿਤ ਨੇ। ਮਤਲਬ ਕਿ ਜੋ ਸੁਣਨ ਕੌਸ਼ਲ ਸੀ ਅਤੇ ਅੱਜ ਜੋ ਟੌਪਿਕ ਕਰਾਂਗੇ ਆਪਾਂ ਪੜ੍ਹਨ ਕੌਸ਼ਲ, ਇਹ ਇਸ ਦੇ ਵਿੱਚ ਕੀ ਕਰਦੇ ਆਪਾਂ, ਕਿਸੇ ਚੀਜ਼ ਨੂੰ ਗ੍ਰਹਿਣ ਕਰਦੇ ਹਾਂ, ਮਤਲਬ ਕਿ ਰਿਸੀਵ ਕਰਦੇ ਹਾਂ, ਤਾਂ ਇਹ ਕੀ ਹੋ ਗਏ ਜੀ, ਰਿਸੈਪਟਿਵ ਸਕਿੱਲ ਹੋ ਗਈਆਂ। ਤਾਂ ਰੀਡਿੰਗ ਸਕਿੱਲ ਨੂੰ ਅਸੀਂ ਕੀ ਕਹਾਂਗੇ, ਰਿਸੈਪਟਿਵ ਸਕਿੱਲ ਕਹਾਂਗੇ, ਗ੍ਰਹਿਣ ਕਰਨ ਵਾਲੀ ਕੌਸ਼ਲ ਕਹਾਂਗੇ। ਤਾਂ ਇਸ ਦੇ ਵਿੱਚ ਅਸੀਂ ਕੁਝ ਗ੍ਰਹਿਣ ਕਰਦੇ ਹਾਂ, ਕੁਝ ਇਨਫੋਰਮੇਸ਼ਨ ਹੈ, ਜਾਣਕਾਰੀ ਹੈ, ਡੇਟਾ ਹੈ, ਉਸ ਨੂੰ ਅਸੀਂ ਗ੍ਰਹਿਣ ਕਰ ਰਹੇ ਹਾਂ। ਤਾਂ ਇਸ ਤਰ੍ਹਾਂ ਸੁਣਨ ਕੌਸ਼ਲ ਪਹਿਲੀ ਕੌਸ਼ਲ ਸੀ, ਅਤੇ ਤੀਸਰੀ ਕੌਸ਼ਲ ਪੜ੍ਹਨ ਕੌਸ਼ਲ ਜਾਂ ਵਾਚਨ ਕੌਸ਼ਲ ਸੀ, ਇਹ ਗ੍ਰਹਿਣ ਕਰਨ ਨਾਲ ਰਿਲੇਟਡ ਨੇ, ਰਿਸੈਪਟਿਵ ਸਕਿੱਲ ਨੇ। ਇਸ ਤੋਂ ਬਿਨਾਂ ਦੂਸਰੀ ਕੌਸ਼ਲ ਜੋ ਆਪਾਂ ਨੇ ਪੜ੍ਹੀ ਸੀ ਬੋਲਣ ਕੌਸ਼ਲ, ਉਸ ਦੇ ਵਿੱਚ ਕੀ ਸੀ, ਪ੍ਰਗਟਾ ਹੋ ਰਿਹਾ ਸੀ, ਕੋਈ ਜਿਹੜੀ ਇਨਫੋਰਮੇਸ਼ਨ ਸੀ ਉਹ ਬਾਹਰ ਵੱਲ ਆ ਰਹੀ ਸੀ। ਤਾਂ ਇਸ ਦੇ ਵਿੱਚ ਇਸ ਨੂੰ ਅਸੀਂ ਕੀ ਕਹਾਂਗੇ, ਐਕਸਪ੍ਰੈਸ ਵਾਲੀ ਸਕਿੱਲ ਹੈ, ਆਪਾਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਹੇ ਹਾਂ। ਇਸ ਤੋਂ ਬਿਨਾਂ ਐਕਟਿਵ ਸਕਿੱਲ ਕਹਾਂਗੇ। ਇਸ ਤੋਂ ਬਿਨਾਂ ਜਿਹੜੀ ਆਪਾਂ ਚੌਥੀ ਪੜ੍ਹਾਂਗੇ ਅੱਗੇ ਲਿਖਣ ਕੌਸ਼ਲ, ਉਹ ਵੀ ਐਕਟਿਵ ਸਕਿੱਲ ਹੋਏਗੀ, ਉਸ ਦੇ ਵਿੱਚ ਵੀ ਪ੍ਰਗਟਾ ਹੋਏਗਾ। ਤਾਂ ਅੱਜ ਜੋ ਕੌਸ਼ਲ ਪੜ੍ਹਨੀ ਆਪਾਂ ਨੇ, ਦੇਖੋ ਜੀ, ਰੀਡਿੰਗ ਸਕਿੱਲ। ਰੀਡਿੰਗ ਸਕਿੱਲ ਦੇ ਵਿੱਚ ਸਭ ਤੋਂ ਪਹਿਲਾਂ ਦਾ ਪੁਆਇੰਟ ਆਪਾਂ ਡਿਸਕਸ ਕਰ ਹੀ ਲਿਆ, ਰਿਸੈਪਟਿਵ ਸਕਿੱਲ ਹੈ ਇਹ, ਇਸ ਦੇ ਵਿੱਚ ਆਪਾਂ ਕੁਝ ਗ੍ਰਹਿਣ ਕਰਦੇ ਹਾਂ। ਤਾਂ ਇਸ ਦੇ ਵਿੱਚ ਕੀ ਹੈਗਾ, ਇਹ ਫੋਨੇਟਿਕ ਅਤੇ ਗ੍ਰਾਫਿਕ ਐਸਪੈਕਟ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਫੋਨੇਟਿਕ ਮਤਲਬ ਧੁਨੀਆਂ ਨਾਲ ਰਿਲੇਟਡ ਚੀਜ਼ ਹੈ, ਅਤੇ ਗ੍ਰਾਫਿਕ ਮਤਲਬ ਲਿਪੀ ਨਾਲ ਰਿਲੇਟਡ ਚੀਜ਼ ਹੈ, ਰਿਟਨ ਫਾਰਮ ਹੈ ਇਸ ਦੀ, ਠੀਕ ਹੈ ਜੀ। ਪਰ ਇਸ ਦੇ ਇੱਕ ਅਰਥ ਨੂੰ ਸਮਝੋ। ਦੇਖੋ ਜੀ, ਲਿਪੀਬੱਧ ਅੱਖਰਾਂ ਨੂੰ ਪੜ੍ਹ ਕੇ ਅਰਥ ਸਮਝਣਾ। ਫੋਰ ਐਗਜ਼ਾਮਪਲ, ਜੋ ਚੀਜ਼ਾਂ ਮੈਂ ਹਾਈਲਾਈਟ ਕਰ ਰਿਹਾ, ਤੁਸੀਂ ਇਸ ਨੂੰ ਕੀ ਕਰ ਰਹੇ ਹੋ, ਅੱਖਰਾਂ ਨੂੰ ਦੇਖ ਰਹੇ ਹੋ, ਦੇਖਣਾ ਸ਼ਾਮਲ ਹੈ, ਅੱਖਰਾਂ ਨੂੰ ਦੇਖ ਰਹੇ ਹੋ, ਦੇਖ ਕੇ ਉਹ ਅੱਖਰਾਂ ਦੀ ਇਨਫੋਰਮੇਸ਼ਨ ਤੁਹਾਡੇ ਅੱਖਾਂ ਦੇ ਥਰੂ, ਆਪਣੀਆਂ ਅੱਖਾਂ ਦੇ ਥਰੂ ਆਪਣੇ ਅੰਦਰ ਐਂਟਰ ਕਰ ਰਹੀ ਹੈ ਇਨਫੋਰਮੇਸ਼ਨ, ਵੀ ਇੱਥੇ ਕੁਛ ਲਿਖਿਆ ਹੋਇਆ। ਫੋਰ ਐਗਜ਼ਾਮਪਲ, ਮੈਂ ਇੱਥੇ ਇੱਦਾਂ ਇੱਕ ਸ਼ਬਦ ਲਿਖਤਾ ਸਾਰ, ਤਾਂ ਅੱਖਾਂ ਦੇ ਥਰੂ ਆਪਣੇ ਅੰਦਰ ਇਹ ਇਨਫੋਰਮੇਸ਼ਨ ਚਲੀ ਗਈ, ਅਤੇ ਜਦੋਂ ਅੰਦਰ ਇਨਫੋਰਮੇਸ਼ਨ ਗਈ, ਆਪਣੀ ਨੌਲੇਜ ਦੇ ਬੇਸ 'ਤੇ ਇਸ ਦੇ ਅਰਥ ਨੂੰ ਸਮਝਿਆ ਵੀ ਇਹ ਸਾਰ ਲਿਖਿਆ ਹੋਇਆ ਹੈ, ਤਾਂ ਇਸ ਦਾ ਆਪਾਂ ਉਚਾਰਨ ਕਰ ਰਹੇ ਹਾਂ ਧੁਨੀਆਂ ਦਾ, ਠੀਕ ਹੈ ਜੀ। ਤਾਂ ਇਹ ਹੋ ਸਕਦਾ ਆਪਾਂ ਚੁੱਪ ਚਪੀਤੇ ਕਰੀਏ, ਹੋ ਸਕਦਾ ਆਪਾਂ ਉੱਚੀ ਬੋਲ ਕੇ ਪੜ੍ਹੀਏ, ਤਾਂ ਉਹ ਇਸ ਦੀਆਂ ਕਿਸਮਾਂ ਹੋ ਜਾਣਗੀਆਂ, ਉਹ ਆਪਾਂ ਅੱਗੇ ਸਮਝਾਂਗੇ। ਸਭ ਤੋਂ ਪਹਿਲਾਂ ਤਾਂ ਦੇਖੋ ਜੀ, ਤੁਸੀਂ ਪੜ੍ਹਨ ਕੌਸ਼ਲ ਜਾਂ ਕਹਿ ਲਓ ਵਾਚਨ ਕੌਸ਼ਲ ਦੇ ਅਰਥ ਨੂੰ ਕਿਸ ਤਰ੍ਹਾਂ ਯਾਦ ਰੱਖਣਾ ਹੈ, ਕਿ ਲਿਪੀਬੱਧ ਅੱਖਰਾਂ ਨੂੰ ਪੜ੍ਹ ਕੇ ਅਰਥ ਸਮਝਣਾ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਤਾਂ ਦੇਖੋ ਜੀ, ਅੱਖਰਾਂ ਨੂੰ ਪੜ੍ਹ ਕੇ ਅਰਥ ਸਮਝਣਾ, ਇਹ ਇਸ ਦਾ ਗੁਣ ਹੈ ਵੀ ਆਪਾਂ ਅੱਖਰਾਂ ਨੂੰ ਪੜ੍ਹ ਵੀ ਰਹੇ ਹਾਂ, ਦੇਖ ਰਹੇ ਹਾਂ, ਅਤੇ ਨਾਲ ਉਸ ਦੇ ਅਰਥ ਨੂੰ ਵੀ ਸਮਝ ਰਹੇ ਹਾਂ। ਤਾਂ ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ, ਵਾਚਨ ਕਿਹਾ ਜਾਂਦਾ ਹੈ, ਇਸ ਦੇ ਇਸ ਗੁਣ ਕਰਕੇ। ਇਸ ਤੋਂ ਬਾਅਦ ਆਪਾਂ ਇੰਪੋਰਟੈਂਟ ਚੀਜ਼ ਕੀ ਸਮਝਣੀ ਹੈ, ਕਿ ਵਾਚਨ ਦਾ ਮਹੱਤਵ ਕੀ ਹੈ। ਜੋ ਵਾਚਨ ਦੀ ਕੌਸ਼ਲ ਆਪਾਂ ਪੜ੍ਹੀ ਹੈ, ਇਸ ਦਾ ਮਹੱਤਵ ਕੀ ਹੈ, ਲੋੜ ਕੀ ਹੈ, ਇਸ ਨੂੰ ਆਪਾਂ ਕਿਉਂ ਸਿੱਖਦੇ ਹਾਂ, ਬੱਚੇ ਦੇ ਵਿੱਚ ਵਾਚਨ ਕੌਸ਼ਲ, ਪੜ੍ਹਨ ਕੌਸ਼ਲ ਕਿਉਂ ਵਿਕਸਿਤ ਕੀਤੀ ਜਾਂਦੀ ਹੈ, ਵਿਦਿਆਰਥੀ ਨੂੰ, ਇੱਕ ਆਮ ਇਨਸਾਨ ਨੂੰ ਕਿਉਂ ਲੋੜ ਪੈਂਦੀ ਹੈ ਇਸ ਦੀ। ਤਾਂ ਦੇਖੋ ਜੀ, ਮਨੋਵਿਗਿਆਨਿਕ ਲੋੜ ਹੈ, ਮਤਲਬ ਕਿ ਸਾਈਕੋਲੋਜੀਕਲ ਤੌਰ 'ਤੇ ਆਪਾਂ ਨੂੰ ਇਸ ਦੀ ਲੋੜ ਪੈਂਦੀ ਹੈ। ਸਮਾਜਿਕ ਲੋੜ ਹੈ, ਸਮਾਜ ਦੇ ਵਿੱਚ ਆਪਾਂ ਵਿਚਰਦੇ ਹਾਂ, ਕਾਫੀ ਥਾਵਾਂ 'ਤੇ ਆਪਾਂ ਨੂੰ ਕੋਈ ਚੀਜ਼ਾਂ ਪੜ੍ਹਨ ਦੀ ਲੋੜ ਪੈਂਦੀ ਹੈ, ਦੇਖਣ ਦੀ ਲੋੜ ਪੈਂਦੀ ਹੈ, ਉਹਨੂੰ ਦੇਖ ਕੇ ਅਰਥ ਸਮਝਣ ਦੀ ਲੋੜ ਪੈਂਦੀ ਹੈ, ਅਤੇ ਸਿੱਖਿਆ ਪ੍ਰਾਪਤੀ ਵਿੱਚ ਸਹਾਇਕ ਹੈ। ਫੋਰ ਐਗਜ਼ਾਮਪਲ, ਜੋ ਚੀਜ਼ਾਂ ਸਕਰੀਨ ਦੇ ਉੱਤੇ ਲਿਖੀਆਂ ਹੋਈਆਂ ਤੁਸੀਂ ਇਹਨੂੰ ਪੜ੍ਹ ਰਹੇ ਹੋ, ਇਸੇ ਤਰ੍ਹਾਂ ਆਪਾਂ ਬੱਚੇ ਨੂੰ ਕੁਛ ਮਤਲਬ ਸਿਖਾ ਰਹੇ ਹਾਂ, ਤਾਂ ਆਪਾਂ ਉਹਨੂੰ ਕਹਿੰਦੇ ਇਹ ਦੇਖੋ, ਇਹਨੂੰ ਪੜ੍ਹੋ। ਤਾਂ ਇਹ ਕੀ, ਇਸ ਤਰ੍ਹਾਂ ਆਪਾਂ ਸਿੱਖਦੇ ਹਾਂ, ਸਿੱਖਿਆ ਦੇ ਵਿੱਚ ਇਹ ਸਹਾਇਤਾ ਕਰਦੀ ਹੈ ਸਾਡੀ। ਮਨੋਰੰਜਨ ਦਾ ਸਾਧਨ ਹੈ, ਆਪਾਂ ਨੇ ਕੋਈ ਆਪਣਾ ਜਿਹੜਾ ਮੂਡ ਹੈ ਉਹ ਸਹੀ ਕਰਨ ਦੇ ਲਈ, ਮਨ ਨੂੰ ਫਰੈਸ਼ ਕਰਨ ਦੇ ਲਈ ਕੋਈ ਚੁਟਕਲਾ ਪੜ੍ਹਨਾ ਹੈ, ਕੋਈ ਕਹਾਣੀ ਪੜ੍ਹਨੀ ਹੈ, ਕੋਈ ਕਵਿਤਾ ਪੜ੍ਹਨੀ ਹੈ, ਤਾਂ ਆਪਾਂ ਕੀ ਕਰਦੇ ਹਾਂ, ਉੱਥੇ ਮਨੋਰੰਜਨ ਲਈ ਵੀ ਪੜ੍ਹਨ ਕੌਸ਼ਲ ਨੂੰ ਵਰਤਦੇ ਹਾਂ। ਤਾਂ ਇਸ ਤਰੀਕੇ ਨਾਲ ਇਸ ਦਾ ਮਹੱਤਵ ਹੈ। ਪੜ੍ਹਾਈ ਲਿਖਾਈ ਪਹਿਚਾਣ ਬਣਾਉਂਦੀ ਹੈ। ਤੁਸੀਂ ਸੋਚੋ, ਚਾਹੇ ਬੰਦੇ ਕੋਲ ਕਿੰਨਾ ਵੀ ਪੈਸਾ ਹੋਵੇ, ਠੀਕ ਹੈ, ਜੇਕਰ ਉਸ ਨੂੰ ਸਿੰਪਲ ਇੱਕ ਵਿਚਾਰ ਨਹੀਂ ਪੜ੍ਹਨਾ ਆਉਂਦਾ, ਤਾਂ ਉਹ ਸਾਰਿਆਂ ਸਾਹਮਣੇ ਬੇਇੱਜ਼ਤੀ ਫੀਲ ਕਰੂਗਾ, ਆਪਣੇ ਆਪ ਨੂੰ, ਉਸ ਦੀ ਬੇਇੱਜ਼ਤੀ ਹੋ ਜਾਊਗੀ। ਤਾਂ ਇਸ ਤਰ੍ਹਾਂ, ਪਰ ਜਿਹੜਾ ਹੋਵੇ, ਚਾਹੇ ਉਸ ਕੋਲ ਸਾਦਾ ਹੀ ਜੀਵਨ ਜਿਉਏ ਉਹ, ਪਰ ਉਸ ਨੂੰ ਪੜ੍ਹਨਾ ਲਿਖਣਾ ਆਉਂਦਾ ਹੈ, ਵਧੀਆ ਪੜ੍ਹਿਆ ਲਿਖਿਆ ਹੈ, ਤਾਂ ਉਸ ਦੀ ਇੱਕ ਇੱਜ਼ਤ ਹੈ,
ਤਾਂ ਪੜ੍ਹਾਈ ਜਿਹੜੀ ਸਾਨੂੰ ਉਹ ਪਹਿਚਾਣ ਦਿਵਾਉਂਦੀ ਵੀ ਫਲਾਣੇ ਨੂੰ ਇਹ ਚੀਜ਼ ਆਉਂਦੀ ਹੋਏਗੀ, ਮੈਂ ਉਸ ਤੋਂ ਪੜ੍ਹਾ ਕੇ ਦੇਖਾਂਗਾ, ਹੈ ਨਾ। ਤਾਂ ਇੱਦਾਂ ਵੀ ਇਹ ਕੀ ਇੱਕ ਆਪਣੀ ਪਹਿਚਾਣ ਬਣਾਉਂਦੀ ਹੈ, ਆਪਾਂ ਨੂੰ ਮਾਣ ਬਖਸ਼ਦੀ ਹੈ, ਠੀਕ ਹੈ ਜੀ। ਕਿੱਤੇ ਵਿੱਚ ਸਹਾਇਕ ਹੈ, ਜਿਹਨੂੰ ਵਧੀਆ ਪੜ੍ਹਨਾ ਆਉਂਦਾ। ਫੋਰ ਐਗਜ਼ਾਮਪਲ ਕੋਈ ਕਹਿੰਦੇ ਵੀ ਕੋਈ ਸਪੀਕਿੰਗ ਦਾ ਕੰਮ ਕਰਦਾ ਹੈ ਨਾ, ਵੀ ਉਸਨੇ ਕਿਸੇ ਅਖਬਾਰ ਨੂੰ ਪੜ੍ਹਨਾ ਹੈ, ਕੋਈ ਕਿਤਾਬ ਨੂੰ ਪੜ੍ਹਨਾ ਹੈ ਨਾ। ਤਾਂ ਇੱਦਾਂ ਕੀ ਹੈ, ਇਹ ਕਿੱਤੇ ਦੇ ਵਿੱਚ ਸਹਾਇਕ ਹੈ, ਉਸਦਾ ਵਧੀਆ ਕੀਤਾ ਹੋਏਗਾ, ਪ੍ਰੋਫੈਸ਼ਨ ਵਧੀਆ ਤਰੀਕੇ ਨਾਲ ਉਹ ਚੁਣ ਸਕੇਗਾ। ਸ਼ਖਸੀਅਤ ਦੇ ਵਿਕਾਸ ਲਈ ਤਾਂ ਜਿਹੜੇ ਨੂੰ ਦੇਖੋ ਜਿਵੇਂ ਕਿਤਾਬਾਂ ਨੇ ਉਹ ਸਾਡੇ ਸ਼ਖਸੀਅਤ ਨੂੰ ਨਿਖਾਰਨਗੀਆਂ, ਪਰ ਜੇਕਰ ਆਪਾਂ ਨੂੰ ਪੜ੍ਹਨੀਆਂ ਆਉਣਗੀਆਂ ਫਿਰ ਹੀ ਉਹਨਾਂ ਦਾ ਫਾਇਦਾ ਹੈ। ਪਈਆਂ ਤਾਂ ਆਪਣੀ ਸ਼ਖਸੀਅਤ ਨੂੰ ਕਿਵੇਂ ਨਿਖਾਰ ਦੇਣਗੀਆਂ ਉਹ। ਤਾਂ ਇੱਦਾਂ ਹੀ ਜਿਹੜੀਆਂ ਕਾफ़ੀ ਚੀਜ਼ਾਂ ਨੇ ਜਿਹੜੀਆਂ ਉਹ ਪੜ੍ਹਨ ਦੇ ਉੱਤੇ ਡਿਪੈਂਡ ਕਰਦੀਆਂ ਨੇ। ਇਸ ਤਰੀਕੇ ਨਾਲ ਪੜ੍ਹਨ ਕੌਸ਼ਲ ਜਿਹੜੀ ਉਹ ਸਾਡੇ ਸ਼ਖਸੀਅਤ ਦੇ ਵਿਕਾਸ ਵਿੱਚ ਇੱਕ ਅਹਿਮ ਯੋਗਦਾਨ ਰੱਖਦੀ ਹੈ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਕਿ ਉਦੇਸ਼ ਕੀ ਨੇ। ਜੋ ਵਾਚਨ ਕੌਸ਼ਲ ਹੈ, ਪੜ੍ਹਨ ਕੌਸ਼ਲ ਹੈ, ਇਸ ਦੇ ਉਦੇਸ਼ ਕੀ ਨੇ। ਧੁਨੀਆਂ ਦਾ ਗਿਆਨ ਕਰਾਉਣਾ, ਵਿਦਿਆਰਥੀ ਨੂੰ ਜਿਹੜਾ ਪੜ੍ਹਨ ਕੌਸ਼ਲ ਹੈ ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਧੁਨੀਆਂ ਦਾ ਗਿਆਨ, ਵੀ ਇਸ ਦੀ ਧੁਨੀ ਨੂੰ ਇੱਦਾਂ ਪੈਦਾ ਕਰ, ਜਿਵੇਂ ਫੋਰ ਐਗਜ਼ਾਮਪਲ ਇੱਕ ਸਿੰਪਲ ਸੱਸਾ ਲਿਖਿਆ ਹੋਇਆ ਹੈ, ਇੱਕ ਸੱਸੇ ਦੇ ਪੈਰ ਵਿੱਚ ਬਿੰਦੀ ਹੈ ਨਾ, ਇੱਦਾਂ। ਅਤੇ ਇਸ ਤੋਂ ਬਿਨਾਂ ਮੰਨ ਕੇ ਚਲੋ ਇੱਕ ਛੱਛਾ ਲਿਖਿਆ ਹੋਇਆ, ਤਾਂ ਇਹਨੂੰ ਮੰਨ ਕੇ ਚਲੋ ਪੜ੍ਹਨੇ ਉਹਨੇ ਸਰ ਕਹਿਣਾ, ਸਰ, ਜਾਂ ਕਹਿੰਦੇ ਸ਼ੇਰ ਕਹਿਣਾ, ਸ਼ੇਰ। ਤਾਂ ਇਹਨੂੰ ਬੋਲਣਾ ਉਹਨੇ ਸ਼ੇਰ ਬੋਲਣਾ। ਤਾਂ ਉਹ ਡਿਫਰੈਂਸ ਦੱਸਿਆ ਜਾਵੇ ਵੀ ਇਹ ਸੱਸੇ ਨੂੰ ਕਿਸ ਤਰ੍ਹਾਂ ਉਚਾਰਨ ਕਰਨਾ, ਇਸ ਦਾ ਉਚਾਰਨ ਕਿਸ ਤਰ੍ਹਾਂ ਕਰਨਾ, ਇਸ ਦਾ ਉਚਾਰਨ ਕਿਸ ਤਰ੍ਹਾਂ ਕਰਨਾ, ਛਤਰੀ ਕੋਈ ਐਗਜ਼ਾਮਪਲ ਲੈ ਲਓ। ਤਾਂ ਇੱਦਾਂ ਕੀ ਹੈ, ਇਹਨਾਂ ਦਾ ਧੁਨੀਆਂ ਦਾ ਗਿਆਨ ਕਰਵਾਉਣਾ। ਜੇਕਰ ਇਹਨਾਂ ਦਾ ਗਿਆਨ ਹੋਏਗਾ ਤਾਂ ਆਪਣਾ ਉਚਾਰਨ ਸ਼ੁੱਧ ਹੋਏਗਾ, ਵਧੀਆ ਤਰੀਕੇ ਨਾਲ ਪੜ੍ਹ ਸਕਾਂਗੇ, ਪੂਰੇ ਫਲੋ ਦੇ ਨਾਲ ਪੜ੍ਹ ਸਕਾਂਗੇ। ਫੋਰ ਐਗਜ਼ਾਮਪਲ ਕੋਈ ਸ਼ਬਦ ਲਿਖਿਆ ਹੋਇਆ ਹੈ, ਉਸ ਦੇ ਵਿੱਚ ਇੱਕ ਅੱਖਰ ਅਜਿਹਾ ਆ ਗਿਆ ਜਿਹੜਾ ਆਪਾਂ ਨੂੰ ਗਿਆਨ ਨਹੀਂ ਉਸ ਤੋਂ ਨਹੀਂ ਦਾ, ਠੀਕ ਹੈ। ਤਾਂ ਉੱਥੇ ਆਪਾਂ ਕੀ ਕਰਾਂਗੇ, ਉਸ ਦੀ ਆਵਾਜ਼ ਨੂੰ ਨਹੀਂ ਸਹੀ ਕੱਢ ਸਕਾਂਗੇ ਤਾਂ ਆਪਣਾ ਫਲੋ ਟੁੱਟ ਜਾਊਗਾ। ਤਾਂ ਇੱਦਾਂ ਫਲੋ ਪੈਦਾ ਕਰਨ ਦੇ ਲਈ ਆਪਾਂ ਨੂੰ ਧੁਨੀਆਂ ਦਾ ਗਿਆਨ ਕਰਾਉਣਾ, ਠੀਕ ਹੈ, ਇਸ ਦਾ ਇੱਕ ਉਦੇਸ਼ ਹੈ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਨੈਕਸਟ ਪੁਆਇੰਟ ਹੈ ਆਵਾਜ਼ ਦਾ ਉਤਰਾ ਚੜ੍ਹਾਅ ਜਿਹੜਾ ਉਹ ਸਮਝਾਉਣਾ। ਮਤਲਬ ਕਿ ਜਦੋਂ ਪੜ੍ਹਨ ਕੌਸ਼ਲ ਵਿਕਸਿਤ ਕੀਤੀ ਜਾਂਦੀ ਹੈ ਤਾਂ ਇਸ ਨੂੰ ਵਿਕਸਿਤ ਕਰਨ ਦਾ ਉਦੇਸ਼ ਕੀ ਹੁੰਦਾ ਹੈ ਕਿ ਜਿਹੜੀ ਆਵਾਜ਼ ਹੈ ਉਸ ਨੂੰ ਉੱਚੀ ਕਦੋਂ ਲੈ ਕੇ ਜਾਣਾ, ਨੀਵੀਂ ਕਦੋਂ ਰੱਖਣਾ, ਧੀਮੀ ਕਿੱਦਾਂ ਰੱਖਣੀ ਹੈ, ਆਵਾਜ਼ ਦੇ ਵਿੱਚ ਮਿਠਾਸ ਕਿੱਦਾਂ ਪੈਦਾ ਕਰਨੀ ਹੈ, ਉਸ 'ਤੇ ਉਤਰਾ ਚੜ੍ਹਾਅ ਨੂੰ ਸਮਝਾਉਣਾ। ਵੀ ਵੱਡੇ ਨੇ ਤਾਂ ਆਪਣੀ ਆਵਾਜ਼ ਨੂੰ ਥੋੜ੍ਹਾ ਜਿਹਾ ਨੀਵੀਂ ਰੱਖ ਕੇ ਗੱਲ ਕਰੋ, ਛੋਟਾ ਹੈ ਤਾਂ ਉਸ ਦੇ ਨਾਲ ਪਿਆਰ ਨਾਲ ਗੱਲ ਕਰੋ, ਬਰਾਬਰ ਦੇ ਨਾਲ ਹੱਸ ਖੇਡ ਕੇ ਵੀ ਗੱਲ ਕੀਤੀ ਜਾ ਸਕਦੀ ਹੈ, ਠੀਕ ਹੈ। ਵੀ ਹੁਣ ਆਪਾਂ ਵੱਡੇ ਨੂੰ ਇੰਨੀ ਉੱਚੀ ਆਵਾਜ਼ ਨਹੀਂ ਮਾਰ ਸਕਦੇ, ਫਲਾਣਾ ਸਿਆਂ ਉਰਿਆ ਇੱਥੇ, ਛੋਟੇ ਬੱਚੇ ਨੂੰ ਇੱਦਾਂ ਕਿਹਾ ਜਾ ਸਕਦਾ, ਨੋਰਮਲ ਜੀ ਗੱਲ ਹੈ। ਤਾਂ ਇੱਦਾਂ ਕਿ ਵੀ ਆਵਾਜ਼ ਦੇ ਉਤਰਾ ਚੜ੍ਹਾਅ ਨੂੰ ਸਮਝਣਾ, ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਪੜ੍ਹਨ ਸਮੇਂ ਜਿਹੜੇ ਵਿਸ਼ਰਾਮ ਚਿੰਨ੍ਹ ਹੁੰਦੇ ਨੇ, ਵੀ ਕਿੱਥੇ ਰੁਕੇ ਹਾਂ, ਕਿੱਥੇ ਘੱਟ ਰੁਕੇ ਹਾਂ, ਕਿੱਥੇ ਪੂਰਾ ਰੁਕੇ ਹਾਂ, ਪੂਰਨ ਵਿਸ਼ਰਾਮ ਹੈ, ਅਰਧ ਵਿਸ਼ਰਾਮ ਹੈ, ਇਹ ਚੀਜ਼ਾਂ ਦਾ ਨੌਲੇਜ ਦੇਣੀ, ਠੀਕ ਹੈ। ਵੀ ਇੱਥੇ ਆਵਾਜ਼ ਰੁਕੂਗੀ, ਡੰਡੀ ਲੱਗ ਗਈ ਤਾਂ ਰੁਕਣਾ ਹੈ, ਠੀਕ ਹੈ, ਕੌਮਾ ਲੱਗ ਗਿਆ ਥੋੜ੍ਹਾ ਰੁਕਣਾ ਹੈ। ਤਾਂ ਇੱਦਾਂ ਆਵਾਜ਼ ਦੇ ਉਤਰਾ ਚੜ੍ਹਾਅ ਨੂੰ ਸਮਝਣਾ। ਕੋਈ ਮਤਲਬ ਜੋਸ਼ ਵਾਲੀ ਗੱਲ ਹੈ, ਮੰਨ ਕੇ ਚੱਲੋ ਤੁਸੀਂ ਇੱਕ ਅਜਿਹੀ ਕਵਿਤਾ ਪੜ੍ਹ ਰਹੇ ਹੋ ਜੋ ਮਤਲਬ ਕਿ ਮੋਟੀਵੇਸ਼ਨਲ ਹੈ, ਪੂਰੇ ਜੋਸ਼ ਵਾਲੀ ਹੈ, ਤਾਂ ਉਸਨੂੰ ਪੂਰੇ ਜੋਸ਼ ਨਾਲ ਬੋਲਣਾ, ਠੀਕ ਹੈ। ਕੋਈ ਨਹੀਂ ਮਤਲਬ ਕਿ ਸਲੋਗਨ ਕੋਈ ਨਾਅਰਾ ਬੋਲਿਆ ਜਾ ਰਿਹਾ ਹੈ ਤਾਂ ਉਸ ਨੂੰ ਪੂਰੇ ਜੋਸ਼ ਨਾਲ ਪੜ੍ਹਨਾ। ਤਾਂ ਇੱਦਾਂ ਅਲੱਗ-ਅਲੱਗ ਚੀਜ਼ਾਂ ਨੇ, ਉਤਰਾ ਚੜ੍ਹਾਅ ਨੂੰ ਸਮਝਣਾ। ਕਵਿਤਾ ਹੈ ਤਾਂ ਉਸ ਦੀ ਲੈ ਨੂੰ ਬਣਾਉਣਾ, ਵੀ ਕਿੱਥੇ ਆਵਾਜ਼ ਉੱਚੀ ਰੱਖਣੀ ਹੈ, ਕਿੱਥੇ ਨੀਵੀਂ ਰੱਖਣੀ ਹੈ। ਤਾਂ ਇਸ ਤਰ੍ਹਾਂ ਉਤਰਾ ਚੜ੍ਹਾਅ ਨੂੰ ਸਮਝਣਾ ਪੜ੍ਹਨ ਸਮੇਂ, ਵੀ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ, ਇਸ ਦਾ ਉਦੇਸ਼ ਹੋ ਸਕਦਾ ਹੈ। ਵਿਸ਼ਰਾਮਾਂ ਬਾਰੇ ਦੱਸਣਾ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਸ਼ਬਦ ਜੋੜ ਸਮਝਾਉਣਾ, ਵੀ ਜਿਵੇਂ ਦੋ ਸ਼ਬਦ ਨੇ ਵੱਖ-ਵੱਖ ਲਿਖਿਆ ਹੋਇਆ, ਵੀ ਉਹਨਾਂ ਨੂੰ ਇੱਕਦਮ ਪੜ੍ਹੋ ਵੱਖ-ਵੱਖ, ਕਿਉਂਕਿ ਉਹਨਾਂ ਦੇ ਵਿਚਕਾਰ ਡੰਡੀ ਲੱਗੀ ਹੋਈ ਹੈ। ਇੱਦਾਂ ਸ਼ਬਦ ਜੋੜ ਸ਼ੁੱਧ, ਜਿਵੇਂ ਸ਼ੇਰ, ਸ਼ੇਰ, ਵੀ ਉਹਨਾਂ ਨੂੰ ਸਹੀ ਪੜ੍ਹਨਾ, ਠੀਕ ਹੈ ਜੀ। ਸਰੀਰਕ ਮੁਦਰਾ ਦਾ ਮਹੱਤਵ, ਮੰਨ ਕੇ ਚੱਲੋ ਕੋਈ ਕਿਤਾਬ ਪੜ੍ਹ ਰਿਹਾ ਬੱਚਾ, ਉਹ ਜਮੀ ਕਿਤਾਬ ਦੇ ਨੇੜੇ ਆਪਣਾ ਸਿਰ ਲਿਜਾ ਕੇ ਅੱਖਾਂ ਜਮੀ ਵਿੱਚ ਗੱਡ ਕੇ ਪੜ੍ਹ ਰਿਹਾ ਹੈ, ਤਾਂ ਉਸ ਨੂੰ ਦੱਸਣਾ ਵੀ ਸਹੀ ਆਪਦੀ ਸਰੀਰ ਦੀ ਮੁਦਰਾ ਰੱਖ, ਵੀ ਇਹ ਇੱਥੇ ਕਿਤਾਬ ਹੈ, ਵੀ ਬਿਲਕੁਲ ਐਵੇਂ ਵਿੱਚ ਨਹੀਂ ਵੜਨਾ, ਸਿਰ ਨੂੰ ਜਮੀ ਐਵੇਂ ਵਿੱਚ ਨਹੀਂ ਲੈ ਕੇ ਜਾਣਾ, ਹੈ ਨਾ, ਵੀ ਉਸ ਤੋਂ ਦੂਰ ਰੱਖੋ ਥੋੜ੍ਹਾ ਜਿਹਾ, ਵੀ ਇਹ ਕਿਤਾਬ ਹੈ, ਇੱਥੇ ਸਹੀ ਇੱਕ ਪੋਸਚਰ ਹੋਵੇ ਆਪਣਾ, ਹੈ ਨਾ, ਤਾਂ ਪੋਸਚਰ ਜਿਹੜਾ ਇਹ ਸਹੀ ਹੋਵੇ। ਤਾਂ ਇਹ ਚੀਜ਼ਾਂ ਸਮਝਾਉਣੀਆਂ ਬੱਚਿਆਂ ਨੂੰ, ਤਾਂ ਇਹ ਕੀ ਹੈ, ਇਸ ਤਰ੍ਹਾਂ ਕੌਸ਼ਲ ਹੈ ਜਿਹੜੀ ਇਹ ਚੰਗੇ ਤਰੀਕੇ ਨਾਲ ਵਿਕਸਿਤ ਹੋ ਸਕੇਗੀ, ਪੜ੍ਹਨ ਦੇ ਵਿੱਚ ਰਵਾਨਗੀ ਆਵੇਗੀ, ਪ੍ਰਵੀਨਤਾ ਆਵੇਗੀ। ਇਸ ਤੋਂ ਬਾਅਦ ਅਗਲਾ ਜੋ ਇੰਪੋਰਟੈਂਟ ਪੁਆਇੰਟ ਹੈ ਜੀ ਕਿਸਮਾਂ। ਜੋ ਪੜ੍ਹਨਾ ਹੈ ਯਾਨੀ ਕਿ ਵਾਚਨ ਹੈ, ਇਸ ਦੀਆਂ ਕਿਸਮਾਂ ਕਿਹੜੀਆਂ ਨੇ, ਤਾਂ ਇਹ ਕਿਸਮਾਂ ਨੂੰ ਸਮਝਣਾ ਮੋਸਟ ਇੰਪੋਰਟੈਂਟ ਹੈ। ਤਾਂ ਦੇਖੋ ਜੀ, ਉੱਚੀ ਪੜ੍ਹਨਾ ਯਾਨੀ ਕਿ ਲਾਊਡ ਰੀਡਿੰਗ, ਤਾਂ ਉੱਚੀ ਪਾਠ ਕਹਿ ਦਿੰਦੇ ਕਈ ਵਾਰ ਆਪਾਂ ਇਹਨੂੰ, ਉੱਚੀ ਪਾਠ ਜਾਂ ਉੱਚੀ ਪੜ੍ਹਨਾ, ਉੱਚੀ ਵਾਚਨ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਹੈ ਵੀ ਸ਼ੁਰੂਆਤ ਦੇ ਵਿੱਚ ਇਹ ਚੀਜ਼ ਸਹਾਇਕ ਹੁੰਦੀ ਹੈ। ਜਿਵੇਂ ਬੱਚੇ ਨੇ ਉਹ ਕਵਿਤਾ ਪੜ੍ਹ ਰਹੇ ਹੁੰਦੇ ਨੇ, ਉਹ ਪਾਠ ਪੜ੍ਹ ਰਹੇ ਹੁੰਦੇ ਨੇ, ਪਹਾੜੇ ਪੜ੍ਹ ਰਹੇ ਹੁੰਦੇ ਨੇ, ਤਾਂ ਉੱਚੀ ਪੜ੍ਹਦੇ ਨੇ। ਤਾਂ ਜਦੋਂ ਸਿੱਖਿਆ ਦੀ ਸ਼ੁਰੂਆਤ ਹੁੰਦੀ ਹੈ ਪ੍ਰਾਇਮਰੀ ਪੱਧਰ ਦੇ ਉੱਤੇ,
ਇਸ ਚੀਜ਼ ਦੀ ਬੜੀ ਮਹੱਤਤਾ ਹੈ। ਸ਼ੁਰੂਆਤ ਦੇ ਵਿੱਚ ਇਹ ਚੀਜ਼ ਸਹਾਇਕ ਹੈ। ਇਸ ਦੇ ਵਿੱਚ ਕੀ ਹੈ ਦੇਖੋ, ਜਿਵੇਂ ਮੈਂ ਕਲਾਸ ਲਗਾ ਰਹੀ ਹਾਂ ਹੁਣ ਇਹ ਹੈ ਨਾ, ਮੈਂ ਉੱਚੀ ਉੱਚੀ ਪੜ੍ਹ ਰਹੀ ਹਾਂ ਤਾਂ ਕਿ ਉਹ ਚੀਜ਼ ਰਿਕਾਰਡ ਹੋ, ਮੈਂ ਤੁਹਾਨੂੰ ਸਮਝਾ ਸਕਾਂ। ਪਰ ਜੇਕਰ ਇਹੀ ਚੀਜ਼ ਮੈਂ ਇਕੱਲੇ ਨੇ ਪੜ੍ਹਨੀ ਹੋਵੇ, ਮੈਂ ਤੁਹਾਨੂੰ ਨਾ ਸਮਝਾਉਣੀ ਹੋਵੇ, ਤਾਂ ਮੈਂ ਇੰਨਾ ਉੱਚੀ ਬੋਲ ਕੇ ਥੋੜ੍ਹੀ ਪੜ੍ਹਾਂਗਾ, ਤਾਂ ਮੈਂ ਚੁੱਪ ਚਪੀਤੇ ਮੌਨ ਵਾਚਨ ਕਰਾਂਗਾ ਇਸ ਦਾ, ਠੀਕ ਹੈ। ਤਾਂ ਉਹ ਮੌਨ ਵਾਚਨ ਵੀ ਆਪਾਂ ਅੱਗੇ ਸਮਝਾਂਗੇ। ਤਾਂ ਇਸ ਦੇ ਵਿੱਚ ਉੱਚੀ ਪੜ੍ਹਨ ਦੇ ਵਿੱਚ ਕਿ ਜਿਵੇਂ ਬੱਚਾ ਹੈ, ਅਧਿਆਪਕ ਕਲਾਸ ਦੇ ਵਿੱਚ ਇੱਕ ਪਾਠ ਪੜ੍ਹਾ ਰਿਹਾ, ਇੱਕ ਬੱਚੇ ਨੂੰ ਕਹਿਤਾ ਵੀ ਤੂੰ ਖੜਾ ਹੋ ਕੇ ਪਾਠ ਪੜ੍ਹ, ਤਾਂ ਇੱਕ ਬੱਚਾ ਜਿਹੜਾ ਉਹ ਉੱਚੀ ਉੱਚੀ ਪੜ੍ਹੂਗਾ, ਪੂਰੀ ਇੱਕ ਲਾਈਨ ਹੈ ਉਸ ਨੂੰ ਚੰਗੀ ਤਰ੍ਹਾਂ ਪੜ੍ਹੂਗਾ ਵੀ ਇੱਕ ਵਾਰ ਦੀ ਗੱਲ ਹੈ, ਇੱਕ ਪਿਆਸਾ ਕਾਂ ਸੀ, ਹੈ ਨਾ, ਇੱਕ ਕਾਂ ਸੀ, ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ, ਉਹ ਜੰਗਲ ਵਿੱਚ ਗਿਆ। ਇਹ ਤਾਂ ਚਲੋ ਸੀਰੀਅਸ ਹੋ ਗਏ, ਆਪਾਂ ਛੱਡੋ। ਤਾਂ ਦੇਖੋ ਮਤਲਬ ਕਿ ਇੱਕ ਬੱਚਾ ਉੱਚੀ ਪੜ੍ਹ ਰਿਹਾ, ਬਾਕੀ ਉਸ ਨੂੰ ਸੁਣ ਰਹੇ ਨੇ, ਇਹ ਇੱਕ ਕਿਰਿਆ ਹੈ। ਤਾਂ ਇੱਦਾਂ ਇਸ ਨੂੰ ਆਪਾਂ ਉੱਚੀ ਪੜ੍ਹਨਾ ਕਹਿੰਦੇ ਹਾਂ। ਤਾਂ ਇਹ ਸ਼ੁਰੂਆਤ ਦੇ ਵਿੱਚ ਸਹਾਇਕ ਹੋ ਸਕਦਾ ਹੈ। ਇਸ ਤੋਂ ਬਾਅਦ ਹੁਣ ਲਾਇਬ੍ਰੇਰੀ ਦੇ ਵਿੱਚ ਤੁਸੀਂ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨ ਲਈ ਲਾਇਬ੍ਰੇਰੀ 'ਚ ਬਹਿ ਕੇ ਜਾ ਕੇ, ਹੁਣ ਉੱਥੇ ਕੋਈ ਇੱਕ ਜਣਾ ਬੈਠਿਆ ਉੱਚੀ ਉੱਚੀ ਪੜ੍ਹੀ ਚੱਲੇ, ਉਹ ਬੁਰਾ ਲੱਗਦਾ। ਅਤੇ ਉਹ ਕੀ ਵੀ ਸ਼ੁਰੂਆਤ ਦੇ ਵਿੱਚ ਸਹੀ ਸੀ, ਉਹ ਜਦੋਂ ਪ੍ਰਾਇਮਰੀ ਪੱਧਰ ਦੇ ਉੱਤੇ ਉਚਾਰਨ 'ਚ ਸੁਧਾਰ ਕਰਨ ਵਿੱਚ ਸਹਾਇਕ ਹੈ। ਜੇ ਕਿਸੇ ਨੇ ਆਪਣਾ ਉਚਾਰਨ ਸਹੀ ਕਰਨਾ, ਆਪਣੇ 'ਚ ਉਤਸ਼ਾਹ ਲੈ ਕੇ ਆਉਣਾ, ਸਹੀ ਜੋਸ਼ ਭਰਨਾ, ਤਾਂ ਉਹ ਉੱਚੀ ਉੱਚੀ ਇਕੱਲਾ ਕਮਰੇ 'ਚ ਬੰਦ ਹੋ ਕੇ ਉੱਚੀ ਉੱਚੀ ਪੜ੍ਹ ਸਕਦਾ। ਉਚਾਰਨ ਦੇ ਵਿੱਚ ਇਹ ਸੁਧਾਰ ਕਰਦਾ ਹੈ। ਵਿਅਕਤੀਗਤ ਅਤੇ ਸਮੂਹਿਕ ਪਾਠ, ਵਿਅਕਤੀਗਤ ਦਾ ਅਰਥ ਹੁੰਦਾ ਵੀ ਆਪਾਂ ਇਕੱਲੇ ਬਹਿ ਕੇ ਪਾਠ ਪੜ੍ਹ ਰਹੇ ਹਾਂ, ਪਰ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਉਚਾਰਨ ਸੁਧਾਰਨਾ, ਉਤਸ਼ਾਹ ਵਧਾਉਣਾ, ਤਾਂ ਆਪਾਂ ਉੱਚੀ ਪੜ੍ਹ ਸਕਦੇ ਹਾਂ ਇਕੱਲੇ। ਅਤੇ ਕਈ ਵਾਰ ਸਮੂਹ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਕਲਾਸ ਵਾਲੀ ਉਦਾਹਰਨ ਦਿੱਤੀ ਸੀ, ਇੱਕ ਬੱਚਾ ਉੱਚੀ ਪੜ੍ਹ ਰਿਹਾ, ਬਾਕੀ ਸਾਰੇ ਉਸ ਨੂੰ ਸੁਣ ਰਹੇ ਨੇ। ਚੰਗੀ ਤਰ੍ਹਾਂ ਯਾਦ ਰਹਿੰਦਾ, ਠੀਕ ਹੈ ਜੀ। ਆਵਾਜ਼ ਵਿੱਚ ਮਿਠਾਸ ਚਾਹੀਦੀ ਹੈ। ਜੋ ਉੱਚੀ ਪੜ੍ਹ ਰਿਹਾ ਹੈ ਉਹ ਕਿਸ ਚੀਜ਼ ਦਾ ਧਿਆਨ ਰੱਖੇਗਾ, ਇਹ ਕੁਛ ਪੁਆਇੰਟ ਨੇ ਜਿਹੜਾ ਤੁਸੀਂ ਧਿਆਨ ਰੱਖਣਾ ਉੱਚੀ ਪੜ੍ਹਨ ਦੇ ਵਿੱਚ। ਤਾਂ ਦੇਖੋ ਜੀ, ਉੱਚੀ ਪੜ੍ਹਨ ਦੇ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਆਵਾਜ਼ ਦੇ ਵਿੱਚ। ਜੋ ਪੜ੍ਹਨ ਵਾਲਾ ਇਹ ਨਾ ਹੋਵੇ ਵੀ ਉਹ ਇੱਦਾਂ ਪੜ੍ਹ ਰਿਹਾ ਵੀ ਸਾਹਮਣੇ ਵਾਲੇ ਨੂੰ ਐਂ ਲੱਗੇ ਵੀ ਸਾਨੂੰ ਗਾਲਾਂ ਦੇ ਰਿਹਾ, ਪਾਠ ਨਹੀਂ ਸੁਣਾ ਰਿਹਾ, ਹੈ ਨਾ। ਤਾਂ ਮਤਲਬ ਕਿ ਮਿਠਾਸ ਹੋਵੇ ਪੜ੍ਹਨ ਉਹਦੀ ਆਵਾਜ਼ ਦੇ ਵਿੱਚ ਜੋ ਉੱਚੀ ਪੜ੍ਹ ਰਿਹਾ ਹੈ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਜੀ ਮੌਨ ਜਾਂ ਹੌਲੀ ਵਾਚਨ। ਤਾਂ ਦੇਖੋ ਮੌਨ ਵਾਚਨ ਕੀ ਹੈ? ਮੌਨ ਦਾ ਅਰਥ ਹੈ ਸਾਈਲੈਂਟ ਰੀਡਿੰਗ, ਮਤਲਬ ਕਿ ਚੁੱਪ ਚਪੀਤੇ ਪੜ੍ਹਨਾ। ਮਤਲਬ ਕਿ ਜੋ ਅੱਖਰ ਨੇ, ਲਿਪੀਬੱਧ ਅੱਖਰ ਨੇ, ਉਹਨਾਂ ਨੂੰ ਆਪਾਂ ਮਨ ਦੇ ਵਿੱਚ ਹੀ ਪੜ੍ਹ ਰਹੇ ਹਾਂ, ਬੁੱਲ੍ਹਾਂ ਨੂੰ ਨਹੀਂ ਹਿਲਾ ਰਹੇ ਆਪਾਂ। ਹੋ ਸਕਦਾ ਆਪਾਂ ਬੁੱਲ੍ਹਾਂ ਨੂੰ ਥੋੜ੍ਹਾ ਥੋੜ੍ਹਾ ਹਿਲਾਉਂਦੇ ਵੀ ਹੋਈਏ, ਆਵਾਜ਼ ਨਹੀਂ ਪੈਦਾ ਕਰ ਰਹੇ, ਠੀਕ ਹੈ ਜੀ। ਤਾਂ ਆਪਾਂ ਮਨ ਹੀ ਮਨ ਉਚਾਰਨ ਕਰਕੇ ਉਸ ਦੇ ਅਰਥਾਂ ਨੂੰ ਸਮਝ ਰਹੇ ਹਾਂ। ਬੁੱਲ੍ਹਾਂ ਨੂੰ ਬਿਨਾਂ ਹਿਲਾਏ ਮਨ ਵਿੱਚ ਉਚਾਰਨ ਕਰਕੇ ਅਰਥਾਂ ਨੂੰ ਸਮਝਣਾ। ਕਈ ਵਾਰ ਇੱਦਾਂ ਵੀ ਹੁੰਦਾ ਆਪਾਂ ਬੁੱਲ੍ਹ ਥੋੜ੍ਹੇ ਥੋੜ੍ਹੇ ਹਿਲਾਉਂਦੇ ਹਾਂ ਪਰ ਆਵਾਜ਼ ਨਹੀਂ ਆਪਾਂ ਪੈਦਾ ਕਰ ਰਹੇ, ਠੀਕ ਹੈ ਜੀ। ਤਾਂ ਇਹ ਕੰਡੀਸ਼ਨ ਵੀ ਹੋ ਸਕਦੀ ਹੈ। ਅਤੇ ਜੋ ਇਹ ਮੌਨ ਜਾਂ ਕਹਿ ਲਓ ਹੌਲੀ ਵਾਚਨ ਸਾਈਲੈਂਟ ਰੀਡਿੰਗ ਹੈ, ਤਾਂ ਇਸ ਦੀ ਸਭ ਤੋਂ ਵੱਡੀ ਜੇਕਰ ਆਪਾਂ ਵਿਸ਼ੇਸ਼ਤਾ ਦੀ ਗੱਲ ਕਰੀਏ ਇਹ ਵੀ ਹੈ ਕਿ ਇਸ ਦੇ ਵਿੱਚ ਜਿਹੜਾ ਵਾਚਨ ਹੈ ਉਹ ਤੇਜ਼ ਹੁੰਦਾ ਹੈ। ਤਾਂ ਆਪਾਂ ਕੀ ਕਰ ਰਹੇ ਹਾਂ, ਸਾਈਲੈਂਟ ਹੋ ਕੇ ਰੀਡ ਕਰ ਰਹੇ ਹਾਂ, ਪੜ੍ਹ ਰਹੇ ਹਾਂ। ਤਾਂ ਇਹਦੇ 'ਚ ਆਪਾਂ ਤੇਜ਼ ਪੜ੍ਹਾਂਗੇ ਤਾਂ ਫਾਸਟ ਰੀਡਿੰਗ ਹੋ ਗਈ, ਠੀਕ ਹੈ ਜੀ। ਜਿਵੇਂ ਕੋਈ ਲੈਸਨ ਹੈ, ਉੱਚੀ ਬੋਲ ਕੇ ਪੜ੍ਹਨਾ ਹੋਵੇ, ਹੋ ਸਕਦਾ ਇੱਕ ਪੇਜ ਦੇ ਉੱਤੇ ਆਪਾਂ 5 ਮਿੰਟ ਲਗਾ ਦਈਏ। ਜੇਕਰ ਆਪਾਂ ਨੇ ਚੁੱਪ ਰਹਿ ਕੇ ਪੜ੍ਹਨਾ ਹੋਵੇ, ਹੋ ਸਕਦਾ ਆਪਾਂ 3 ਮਿੰਟ 'ਚ ਪੜ੍ਹ ਦਈਏ। ਤਾਂ ਇੱਦਾਂ ਆਪਾਂ ਫਾਸਟ ਪੜ੍ਹਦੇ ਹਾਂ ਇਹਦੇ 'ਚ, ਠੀਕ ਹੈ ਜੀ। ਅਤੇ ਇਸ ਦੇ 'ਚ ਇਕਾਗਰਤਾ ਬਣਦੀ ਹੈ, ਜਿਹੜੀ ਆਪਣਾ ਕੌਨਸੈਂਟਰੇਸ਼ਨ ਹੈ ਉਹ ਜ਼ਿਆਦਾ ਬਣਦਾ ਹੈ, ਠੀਕ ਹੈ। ਆਪਾਂ ਕਿਸੇ ਚੀਜ਼ ਨੂੰ ਵਧੀਆ ਤਰੀਕੇ ਨਾਲ ਡੀਪ 'ਚ ਜਾ ਕੇ ਸਮਝ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਇਹ ਹੋ ਗਈ ਸਾਈਲੈਂਟ ਰੀਡਿੰਗ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇੰਟੈਂਸਿਵ ਰੀਡਿੰਗ, ਯਾਨੀ ਕਿ ਸੂਖਮ ਵਾਚਨ ਦੀ ਗੱਲ ਕਰਦੇ ਹਾਂ। ਤਾਂ ਇੰਟੈਂਸਿਵ ਰੀਡਿੰਗ ਹੈ ਜਿਹੜਾ, ਇਸ ਨੂੰ ਸਮਝੋ ਕਿ ਵਿਦਿਆਰਥੀ ਪਾਠਕ੍ਰਮ ਅਨੁਸਾਰ ਪਾਠ ਨੂੰ ਪੜ੍ਹਦਾ ਹੈ ਤਾਂ ਜੋ ਬਾਅਦ ਵਿੱਚ ਉਸ ਦੇ ਸਵਾਲਾਂ ਨੂੰ ਹੱਲ ਕਰ ਸਕੇ। ਜਿਵੇਂ ਕਿ ਬੱਚੇ ਆਪਣਾ ਸਿਲੇਬਸ ਪੜ੍ਹਦੇ ਨੇ, ਪਾਠਕ੍ਰਮ ਪੜ੍ਹਦੇ ਨੇ, ਕਿਉਂ ਪੜ੍ਹ ਰਹੇ ਨੇ? ਤਾਂ ਕਿ ਉਸ ਦੇ ਨਾਲ ਰਿਲੇਟਡ ਜੋ ਬਾਅਦ ਵਿੱਚ ਪ੍ਰਸ਼ਨ ਪੁੱਛੇ ਜਾਣਗੇ, ਪੇਪਰ ਹੋਣਗੇ, ਉਸ ਦੇ 'ਚ ਉਹ ਚੰਗਾ ਸਕੋਰ ਬਣਾ ਸਕਣ, ਠੀਕ ਹੈ ਜੀ। ਇਸ ਚੀਜ਼ ਨੂੰ ਸਮਝੋ। ਤਾਂ ਸੂਖਮ ਵਾਚਨ ਕੀ ਹੈ? ਇੰਟੈਂਸਿਵ ਰੀਡਿੰਗ, ਯਾਨੀ ਕਿ ਬਰੀਕੀ ਨਾਲ ਪੜ੍ਹਨਾ ਇਹ, ਠੀਕ ਹੈ। ਨਾ ਨਹੀਂ ਹੈਗਾ, ਬਰੀਕੀ ਨਾਲ ਪੜ੍ਹਨਾ ਇਹ, ਠੀਕ ਹੈ ਜੀ। ਤਾਂ ਬਰੀਕੀ ਨਾਲ ਪੜ੍ਹਨਾ। ਸਕੈਨਿੰਗ ਇਸ ਦੇ ਵਿੱਚ ਸ਼ਾਮਲ ਹੈ। ਕਈ ਵਾਰ ਸਬ ਸਕਿੱਲ ਪੁੱਛ ਲਈ ਜਾਂਦੀ ਹੈ, ਸਕੈਨਿੰਗ ਇਸ ਦੇ ਵਿੱਚ ਸ਼ਾਮਲ ਹੈ, ਠੀਕ ਹੈ ਜੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਤਾਂ ਸਕੈਨਿੰਗ, ਜਿਵੇਂ ਸਕੈਨਰ ਨਹੀਂ ਹੁੰਦਾ ਵੀ ਕੋਈ ਖਾਸ ਚੀਜ਼ ਨੂੰ ਲੱਭ ਰਿਹਾ ਹੈ, ਠੀਕ ਹੈ। ਤਾਂ ਸਕੈਨ ਕਰਨਾ, ਸੂਚਨਾ ਲੱਭਣ ਦੇ ਲਈ ਪੜ੍ਹਨਾ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਨੇ, ਸਕੈਨਿੰਗ ਜਾਂ ਫਿਰ ਸੂਚਨਾ ਲੱਭਣ ਦੇ ਲਈ ਪੜ੍ਹਨਾ, ਠੀਕ ਹੈ ਜੀ। ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਅਤੇ ਇਸ ਤੋਂ ਉਲਟ ਆਪਾਂ ਹੁਣ ਸਮਝਦੇ ਹਾਂ ਕਿ ਸਥੂਲ ਵਾਚਨ ਕੀ ਹੈ, ਯਾਨੀ ਕਿ ਐਕਸਟੈਂਸਿਵ ਰੀਡਿੰਗ ਕੀ ਹੈ। ਇਹ ਇਸ ਤੋਂ ਉਲਟ ਹੋ ਗਿਆ। ਇਸ ਦੇ ਵਿੱਚ ਕੀ ਹੈ ਕਿ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨਾ, ਭਾਵੇਂ ਪੇਪਰ ਨਹੀਂ ਹੋਣਾ। ਫੋਰ ਐਗਜ਼ਾਮਪਲ ਤੁਸੀਂ ਭਗਤ ਸਿੰਘ ਬਾਰੇ ਕੁਛ ਲਿਖਣਾ ਹੈ, ਕਿਤਾਬ ਲਿਖਣੀ ਹੈ, ਤਾਂ ਤੁਸੀਂ ਉੱਥੇ ਜੋ ਚੀਜ਼ ਤੁਹਾਡੇ ਕੋਈ ਸਿਲੇਬਸ 'ਚ ਨਹੀਂ ਲੱਗੀ ਹੁੰਦੀ, ਕੋਈ ਚੀਜ਼
ਤੁਸੀਂ ਕੀ ਕਰ ਰਹੇ ਹੋ, ਜਸਟ ਆਨੰਦ ਦੇ ਲਈ ਇੱਕ ਬਾਹਰੀ ਇਨਫੋਰਮੇਸ਼ਨ ਇਕੱਠੀ ਕਰਨ ਦੇ ਲਈ ਇੱਛਾ ਅਨੁਸਾਰ ਪੜ੍ਹ ਰਹੇ ਹੋ ਸਕਦਾ ਤੁਸੀਂ 5 ਕਿਤਾਬਾਂ ਪੜ੍ਹੋ, 10 ਕਿਤਾਬਾਂ ਪੜ੍ਹੋ ਅਤੇ ਉਹਨਾਂ ਨੂੰ ਤੁਸੀਂ ਕੀ ਕਰ ਰਹੇ ਹੋ, ਉੱਪਰੋਂ ਪੜ੍ਹ ਰਹੇ ਹੋ, ਉਹਨੂੰ ਡੀਪ ਦੇ ਵਿੱਚ ਜਾ ਕੇ ਨਹੀਂ ਪੜ੍ਹ ਰਹੇ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਇਸ ਦੇ ਵਿੱਚ ਜੋ ਵਾਚਨ ਹੈ ਇਹ ਕੀ ਹੁੰਦਾ ਜੀ, ਇੱਛਾ ਅਨੁਸਾਰ ਹੁੰਦਾ, ਇੱਛਾ ਆਧਾਰਿਤ ਵਾਚਨ ਹੈ, ਤੇਜ਼ ਵਾਚਨ ਵੀ ਹੁੰਦਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਜੋ ਬੱਚਾ ਹੈ ਸਿਲੇਬਸ ਦੀ ਕਿਤਾਬ ਨੂੰ ਕਿੱਦਾਂ ਪੜ੍ਹਦਾ, ਹੋ ਸਕਦਾ ਇੱਕ ਲੈਸਨ ਦੇ ਉੱਤੇ 3-4 ਪੇਜਾਂ ਦਾ ਲੈਸਨ ਹੈ ਉਹਦੇ ਉੱਤੇ 2 ਦਿਨ ਲਗਾ ਦੇ, ਪਰ ਇਸ ਦੇ ਵਿੱਚ ਕੀ ਹੁੰਦਾ, ਹੋ ਸਕਦਾ ਤੁਸੀਂ 2 ਦਿਨਾਂ ਦੇ ਵਿੱਚ 4 ਕਿਤਾਬਾਂ ਪੜ੍ਹ ਦਿਓ। ਤਾਂ ਇੱਦਾਂ ਹੁੰਦਾ ਵੀ ਇਹਦੇ 'ਚ ਜਿਹੜਾ ਵਾਚਨ ਹੈ ਉਹ ਤੇਜ਼ ਹੁੰਦਾ, ਸੂਖਮ ਵਾਚਨ ਦੇ ਮੁਕਾਬਲੇ, ਇੰਟੈਂਸਿਵ ਦੇ ਮੁਕਾਬਲੇ ਐਕਸਟੈਂਸਿਵ 'ਚ ਜ਼ਿਆਦਾ ਤੇਜ਼ ਹੁੰਦਾ ਹੈ, ਜ਼ਿਆਦਾ ਚੀਜ਼ਾਂ ਨੂੰ ਕਵਰ ਕੀਤਾ ਜਾ ਸਕਦਾ, ਮਤਲਬ ਆਪਾਂ ਇੱਦਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਜਿੰਨੇ ਚਿਰ 'ਚ ਆਪਾਂ ਉਹਦੇ 'ਤੇ ਹੋ ਸਕਦਾ 2 ਲੈਸਨ ਕਵਰ ਕਰੀਏ ਇੰਟੈਂਸਿਵ 'ਚ, ਐਕਸਟੈਂਸਿਵ 'ਚ ਆਪਾਂ ਹੋ ਸਕਦਾ ਪੂਰੀ ਕਿਤਾਬ ਕਵਰ ਕਰ ਜਾਈਏ। ਤਾਂ ਪੰਛੀ ਝਾਤ ਯਾਨੀ ਕਿ ਸਕਿਮਿੰਗ ਇਸ ਦੇ 'ਚ ਸ਼ਾਮਲ ਹੈ, ਇਸ ਦੀ ਉਪ ਕੌਸ਼ਲ ਹੈ, ਸਬ ਸਕਿੱਲ ਹੈ ਸਕਿਮਿੰਗ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਸ ਦੇ ਵਿੱਚ ਕੀ ਹੁੰਦਾ ਕਿ ਆਪਣਾ ਜਿਹੜਾ ਸੁਸਤ ਸ਼ਬਦ ਭੰਡਾਰ ਹੈ ਉਹ ਵੱਧਦਾ ਹੈ, ਯਾਨੀ ਕਿ ਜਿਹੜੀ ਆਪਣੀ ਪੈਸਿਵ ਵੋਕੈਬਲਰੀ ਆ ਉਹ ਇਨਕਰੀਜ਼ ਹੁੰਦੀ ਹੈ। ਫੋਰ ਐਗਜ਼ਾਮਪਲ ਤੁਸੀਂ ਪੂਰੀ ਕਿਤਾਬ ਪੜ੍ਹੀ, ਉਸ ਕਿਤਾਬ ਦੇ ਵਿੱਚ ਤੁਸੀਂ ਕੁਝ ਅਜਿਹੇ ਨਵੇਂ ਸ਼ਬਦ ਵੀ ਪੜ੍ਹ ਲਏ ਹੋਣਗੇ ਜੋ ਤੁਸੀਂ ਨੇ ਜ਼ਿੰਦਗੀ 'ਚ ਪਹਿਲੀ ਵਾਰ ਪੜ੍ਹੇ ਨੇ, ਪਰ ਉਹ ਤੁਹਾਡੇ ਮਨ 'ਚ ਫਿੱਟ ਹੋ ਗਏ ਕਿਤੇ, ਜੇ ਤੁਹਾਨੂੰ ਲੋੜ ਪਈ ਉਹਨਾਂ ਦੀ ਕਦੇ ਵਰਤ ਲਓਗੇ, ਪਰ ਤੁਸੀਂ ਉਹਨਾਂ ਨੂੰ ਡੇਲੀ ਨਹੀਂ ਵਰਤਦੇ ਕਿਉਂਕਿ ਤੁਸੀਂ ਇੱਕ ਵਾਰ ਪੜ੍ਹ ਲਏ, ਹੋ ਸਕਦਾ ਕਦੇ ਲੋੜ ਪਏ ਤੁਸੀਂ ਉਹਨਾਂ ਨੂੰ ਵਰਤ ਲਓ, ਪਰ ਉਹ ਚੀਜ਼ਾਂ ਤੁਹਾਡੇ ਸ਼ਬਦ ਭੰਡਾਰ 'ਚ ਸ਼ਾਮਿਲ ਹੋ ਗਏ, ਪਰ ਸੁਸਤ ਤੌਰ 'ਤੇ ਡੇਲੀ ਨਹੀਂ ਤੁਸੀਂ ਉਹਨਾਂ ਨੂੰ ਯੂਜ਼ ਕਰਦੇ। ਪਰ ਹੋ ਸਕਦਾ ਲੋੜ ਪਵੇ ਤੁਸੀਂ ਕਹੋ ਯਾਰ ਮੈਂ ਇਹ ਚੀਜ਼ ਉਹ ਕਿਤਾਬ 'ਚ ਪੜ੍ਹੀ ਸੀ, ਠੀਕ ਹੈ ਉਹ ਕਿਤਾਬ 'ਚ ਪੜ੍ਹੀ ਸੀ, ਉਹ ਸਾਹਮਣੇ ਉਹਦੀ ਯਾਦ ਆ ਜਾਂਦੀ ਹੈ, ਤਾਂ ਉਹ ਸੁਸਤ ਤੌਰ 'ਤੇ ਆਪਣੀ ਭੰਡਾਰ ਹੋਈ ਪਈ ਹੈ ਚੀਜ਼। ਠੀਕ ਹੈ ਜੀ, ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ। ਤਾਂ ਇਹ 4 ਕਿਸਮਾਂ ਆਪਾਂ ਨੇ ਪੜ੍ਹ ਲਈਆਂ ਜੀ ਰੀਡਿੰਗ ਦੀਆਂ। ਠੀਕ ਹੈ ਜੀ, ਇਹਨਾਂ ਨੂੰ ਤੁਸੀਂ ਧਿਆਨ ਵਿੱਚ ਰੱਖੋਗੇ। ਇਸ ਤੋਂ ਬਾਅਦ ਆਪਾਂ ਸਬ ਸਕਿੱਲ ਪੜ੍ਹਦੇ ਹਾਂ ਰੀਡਿੰਗ ਦੀਆਂ। ਕਈ ਵਾਰ ਪੁੱਛ ਲਿਆ ਜਾਂਦਾ, ਜਿਵੇਂ ਪ੍ਰੀਵਿਊ ਪੁੱਛ ਲਿਆ ਜਾਂਦਾ ਵੀ ਇਹ ਕਿਸ ਦੀ ਕਿਹੜੀ ਕੌਸ਼ਲ ਦੀ ਸਬ ਸਕਿੱਲ ਹੈ, ਵੀ ਰੀਡਿੰਗ ਦੀ ਹੈ, ਰਾਈਟਿੰਗ ਦੀ ਹੈ, ਹੈ ਨਾ, ਸਪੀਕਿੰਗ ਦੀ ਹੈ, ਲਿਸਨਿੰਗ ਦੀ ਹੈ। ਤਾਂ ਰੀਡਿੰਗ ਦੀਆਂ ਸਬ ਸਕਿੱਲ ਨੇ ਇਹ ਪ੍ਰੀਵਿਊ, ਪ੍ਰੈਡਿਕਟਿਵ। ਪ੍ਰੀਵਿਊ ਦਾ ਅਰਥ ਹੈ ਕਿ ਕਿਸੇ ਚੀਜ਼ ਨੂੰ ਜਿਵੇਂ ਆਪਾਂ ਜਿਵੇਂ ਕੋਈ PDF ਓਪਨ ਕਰਦੇ ਆਪਾਂ ਉੱਥੇ ਲਿਖਿਆ ਨਹੀਂ ਜਾਂਦਾ ਪ੍ਰੀਵਿਊ, ਮਤਲਬ ਦੇਖੋ ਉਸ ਨੂੰ। ਠੀਕ ਹੈ ਵੀ ਉਹਨੂੰ ਓਪਨ ਕਰੋ, ਪ੍ਰੀਵਿਊ ਦ੍ਰਿਸ਼ ਹੈ ਨਾ, ਉਸਦਾ ਦਰਸ਼ਨ ਕਰਨੇ ਪੂਰੇ ਐਵੇਂ। ਅਤੇ ਪ੍ਰੈਡਿਕਟਿਵ ਦੇ ਵਿੱਚ ਕੀ ਹੁੰਦਾ ਵੀ ਇੱਕ ਚੀਜ਼ ਕੋਈ ਆਪਾਂ ਲੈਸਨ ਪੜ੍ਹ ਰਹੇ ਹਾਂ, ਕੋਈ ਕਹਾਣੀ ਪੜ੍ਹ ਰਹੇ ਹਾਂ, ਤਾਂ ਆਪਾਂ ਨੇ ਜਦੋਂ ਉਹਨੂੰ ਪੜ੍ਹ ਰਹੇ ਹਾਂ ਤਾਂ ਆਪਣੇ ਮਨ ਇੱਕ ਕੀ ਕਹੀ ਜਾਂਦਾ ਪ੍ਰੈਡਿਕਟ ਕਰ ਰਿਹਾ ਚੀਜ਼ਾਂ ਨੂੰ ਪੜ੍ਹਦੇ ਹੋਏ, ਵੀ ਹੋ ਸਕਦਾ ਅੱਗੇ ਇਹ ਹੋ ਜੇ, ਅੱਗੇ ਇਹ ਹੋ ਜੇ, ਹੈ ਨਾ। ਜਿਵੇਂ ਕੋਈ ਲੇਖ ਲਿਖ ਰਹੇ ਪੜ੍ਹ ਰਹੇ ਹਾਂ ਆਪਾਂ ਸੋਚਦੇ ਹਾਂ ਪਹਿਲਾਂ ਜਨਮ ਬਾਰੇ ਲਿਖਿਆ ਹੋਊਗਾ, ਠੀਕ ਹੈ, ਅੱਗੇ ਉਹਦੀਆਂ ਰਚਨਾਵਾਂ ਬਾਰੇ ਲਿਖਿਆ ਹੋ ਸਕਦਾ, ਐਂਡ 'ਤੇ ਆਪਾਂ ਸੋਚ ਲੈਂਦੇ ਵੀ ਇਹਦੇ ਮੌਤ ਬਾਰੇ ਲਿਖਿਆ ਹੋ ਸਕਦਾ। ਤਾਂ ਇੱਦਾਂ ਆਪਾਂ ਪ੍ਰੈਡਿਕਟ ਕਰ ਰਹੇ ਹਾਂ ਚੀਜ਼ਾਂ ਨੂੰ। ਸਕੈਨਿੰਗ ਤੁਹਾਨੂੰ ਦੱਸਤਾ ਵੀ ਕਿਸੇ ਬਰੀਕੀ ਨਾਲ ਕੋਈ ਚੀਜ਼ ਨੂੰ ਲੱਭਣਾ ਵਿੱਚੋਂ, ਜਿਵੇਂ ਕੋਈ ਲਿਸਟ ਲੱਗੀ ਹੋਈ ਹੈ ਤੁਸੀਂ ਉਹ 'ਚ ਆਪਣਾ ਰੋਲ ਨੰਬਰ ਲੱਭ ਰਹੇ ਹੋ, ਤਾਂ ਉਹ ਕੀ ਇੰਟੈਂਸਿਵ ਰੀਡਿੰਗ ਹੈ। ਠੀਕ ਹੈ, ਸਕੈਨਿੰਗ ਮਤਲਬ ਕਿ ਰੀਡਿੰਗ ਦੇ ਵਿੱਚ ਸ਼ਾਮਲ ਹੈ, ਸਕਿਮਿੰਗ ਰੀਡਿੰਗ ਦੇ ਵਿੱਚ ਸ਼ਾਮਲ ਹੈ। ਠੀਕ ਹੈ ਜੀ, ਸਕਿਮਿੰਗ ਹੋ ਗਿਆ ਉੱਪਰੋਂ ਪੜ੍ਹਨਾ। ਇਸ ਤੋਂ ਬਾਅਦ ਆਪਾਂ ਲਾਸਟ 'ਤੇ ਸਮਝਣਾ ਕਿ ਜਿਹੜੀਆਂ ਵਾਚਨ ਦੇ ਵਿੱਚ ਅਸ਼ੁੱਧੀਆਂ ਨਹੀਂ, ਮਤਲਬ ਕਿ ਪੜ੍ਹਨ ਦੇ ਵਿੱਚ ਕੋਈ ਸਮੱਸਿਆ ਹੈ, ਅਸ਼ੁੱਧਤਾ ਹੈ, ਉਹ ਉਸ ਦੇ ਕਾਰਨ ਕੀ ਹੋ ਸਕਦੇ ਨੇ। ਹੋ ਸਕਦਾ ਕਿਸੇ ਨੂੰ ਦ੍ਰਿਸ਼ਟੀ ਦੋਸ਼ ਹੋਵੇ, ਦੇਖਣ ਦੇ ਵਿੱਚ ਪ੍ਰੋਬਲਮ ਹੋਵੇ, ਠੀਕ ਹੈ, ਉਸਨੂੰ ਅੱਖਰ ਚੰਗੀ ਤਰ੍ਹਾਂ ਨਾ ਦਿਸਦੇ ਹੋਣ, ਆਵਾਜ਼ ਦਾ ਦੋਸ਼ ਹੋ ਸਕਦਾ ਉਹ ਦੇਖ ਸਹੀ ਰਿਹਾ, ਮਨ ਦੇ ਵਿੱਚ ਸੋਚ ਵੀ ਸਹੀ ਰਿਹਾ, ਉਸ ਦੀ ਆਵਾਜ਼ ਦੇ ਵਿੱਚ ਕੋਈ ਪ੍ਰੋਬਲਮ ਹੈ। ਠੀਕ ਹੈ, ਇਹ ਵੀ ਹੋ ਸਕਦਾ ਵੀ ਤੁਤਲਾਪਣ ਹੋ ਸਕਦਾ। ਜਾਂ ਫਿਰ ਪਾਠ ਸਮੱਗਰੀ, ਮਤਲਬ ਕਿ ਜਿਹੜੀ ਕਿਤਾਬ ਤੋਂ ਜਿਸ ਮਟੀਰੀਅਲ ਤੋਂ ਕੋਈ ਬੱਚਾ ਪੜ੍ਹ ਰਿਹਾ ਹੈ ਤਾਂ ਹੋ ਸਕਦਾ ਉਹ ਅਸਪਸ਼ਟ ਹੋਵੇ, ਉੱਥੇ ਸਹੀ ਨਾ ਲਿਖਿਆ ਹੋਵੇ, ਮੰਨ ਕੇ ਚਲੋ ਇੱਦਾਂ ਪਾ ਰੱਖਿਆ ਹੈ, ਇੱਦਾਂ ਵੀ ਇਹ ਐਸ ਲੱਗਦੀ ਹੈ, ਹੋ ਸਕਦਾ ਕਿਸੇ ਨੇ ਲਿਖਿਆ ਇਹ 578 ਹੋਵੇ, ਇੱਦਾਂ ਸਮਝ ਰਹੇ ਹੋ। ਤਾਂ ਇੱਦਾਂ ਵੀ ਉਹ ਸਪਸ਼ਟ ਨਹੀਂ ਲਿਖਿਆ ਹੋਇਆ, ਹੋ ਸਕਦਾ ਸਾਫ਼ ਨਾ ਲਿਖਿਆ ਹੋਵੇ। ਜਾਂ ਫਿਰ ਜਿਹੜੀ ਵੋਕੈਬਲਰੀ ਉਹ ਔਖੀ ਹੋ ਸਕਦੀ ਹੈ, ਨੀਰਸ ਹੋ ਸਕਦੀ ਹੈ, ਵੀ ਉਹਦਾ ਇੰਟਰਸਟ ਹੀ ਨਹੀਂ ਪੈਦਾ ਹੋ ਰਿਹਾ, ਉਹਦੇ 'ਚ ਰਸ ਹੀ ਨਹੀਂ ਉਹਨੂੰ ਆ ਰਿਹਾ। ਜਾਂ ਫਿਰ ਤਣਾਅ ਭਰਿਆ ਵਾਤਾਵਰਨ ਹੋ ਸਕਦਾ, ਕਈ ਵਾਰ ਬੱਚੇ ਦੇ ਉੱਤੇ ਟੀਚਰ ਖੜਿਆ ਹੁੰਦਾ ਕੋਲ ਵੀ ਜੇ ਗਲਤ ਪੜ੍ਹਿਆ ਕੰਨ 'ਤੇ ਥੱਪੜ ਪਊਗਾ, ਤਾਂ ਇੱਦਾਂ ਕੀ ਹੁੰਦਾ ਵੀ ਬੱਚੇ ਜਿਹੜਾ ਉਹ ਤਣਾਅ 'ਚ ਆ ਜਾਂਦਾ, ਪ੍ਰੈਸ਼ਰ 'ਚ ਆ ਜਾਂਦਾ, ਤਾਂ ਉਹ ਗਲਤ ਪੜ੍ਹ ਦਿੰਦਾ। ਤਾਂ ਇੱਦਾਂ ਜਿਹੜਾ ਅਸ਼ੁੱਧ ਵਾਚਨ ਹੈ ਇਸ ਦੇ ਇਹ ਕਾਰਨ ਹੋ ਸਕਦੇ ਨੇ, ਵੀ ਵਾਚਨ ਸਹੀ ਨਾ ਹੋਣ ਦੇ ਇਹ ਕਾਰਨ ਹੋ ਸਕਦੇ ਨੇ। ਤਾਂ ਹੁਣ ਆਪਾਂ ਇੱਕ ਪੁਆਇੰਟ ਹੋਰ ਵੀ ਸਮਝ ਲਓ, PPT 'ਚ ਮੈਂ ਨਹੀਂ ਐਡ ਕੀਤਾ, ਡਾਇਰੈਕਟ ਸਮਝ ਲਓ ਵੀ ਅਸ਼ੁੱਧ ਦੇਖੋ ਦ੍ਰਿਸ਼ਟੀ ਦੋਸ਼ ਹੈ, ਤਾਂ ਜੇਕਰ ਜਿਹੜਾ ਵਾਚਨ ਉਸਨੂੰ ਸ਼ੁੱਧ ਕਰਨਾ ਪਹਿਲਾਂ ਦ੍ਰਿਸ਼ਟੀ 'ਤੇ ਵੀ ਧਿਆਨ ਦੇਣਾ ਪਏਗਾ, ਵੀ ਨਿਗਾਹ ਸਹੀ ਹੈ ਬੱਚੇ ਦੀ, ਦ੍ਰਿਸ਼ਟੀ ਸਹੀ ਹੈ। ਇਸੇ ਤਰ੍ਹਾਂ ਆਵਾਜ਼, ਡਾਕਟਰੀ ਇਲਾਜ, ਮਤਲਬ ਇੱਕ ਪੁਆਇੰਟ ਬਣਾ ਲਓ ਵੀ ਡਾਕਟਰੀ ਇਲਾਜ ਦੀ ਉਸ ਨੂੰ ਲੋੜ ਪੈ ਸਕਦੀ ਹੈ। ਪਾਠ ਸਮੱਗਰੀ ਵਿੱਚ ਸੁਧਾਰ ਕਰਨ ਦੀ ਲੋੜ ਹੈ। ਠੀਕ ਹੈ, ਵਾਤਾਵਰਨ ਨੂੰ ਖੁਸ਼ਨੁਮਾ ਬਣਾਉਣ ਦੀ ਲੋੜ ਹੈ ਜੇਕਰ ਵਾਚਨ ਸ਼ੁੱਧ ਕਰਨਾ ਹੈ। ਠੀਕ ਹੈ ਜੀ, ਅਤੇ ਉਸ ਨੂੰ ਧੁਨੀਆਂ ਦਾ ਗਿਆਨ ਕਰਾਉਣ, ਧੁਨੀਆਂ ਦਾ ਵਾਰ-ਵਾਰ ਅਭਿਆਸ ਕਰਾਉਣ ਦੀ ਲੋੜ ਹੈ। ਤਾਂ ਇਸ ਤਰੀਕੇ ਨਾਲ ਦੋਸਤੋ ਅੱਜ ਦਾ ਇਹ ਟੌਪਿਕ ਆਪਾਂ ਨੇ ਕੰਪਲੀਟ ਕਰ ਲਿਆ ਹੈ।
ਇੱਕ ਕੌਸ਼ਲ ਰਹਿ ਗਈ ਆਪਣੀ ਲਿਖਣ ਕੌਸ਼ਲ, ਅਤੇ ਨਾਲ ਆਪਾਂ ਲਾਸਟ ਵਿੱਚ ਕੁਝ ਕੁਐਸਚਨ ਵੀ ਕਰਾਂਗੇ ਨੈਕਸਟ ਕਲਾਸ ਦੇ ਵਿੱਚ। ਤਾਂ ਇਹ ਕਲਾਸ ਇੱਥੇ ਤੱਕ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।